परम सत्कारयोग साध संगत जी, रसना पवित्र करिए ते आखिए तान श्री सतगुरु जगजीत सिंह जी, तान श्री सतगुरु उदय सिंह जी। साध संगत जी, भाई गुरदास जी ने गुरबाणी विच लिखिया है, सुन प्रताप कबीर दा दूजा सिख होआ सैन नाई, प्रेम भगत राती करे भलके राज दुआरे जाई। आए संत परौणे कीर्तन होआ रैन सबाई, छड़ न सके संत जन राज द्वार न सेव कमाई। सैन रूप हर होए के आया राणे नो रिझाई, साजना नू विदा कर राज दुआर गया सरमाई। राणे दूरों सद के गलों कवाए खोहल पहनाई, वस कीता हूँ तुद अज बोले राजा सुने लुकाई, प्रगट करे भगत वडियाई। साध संगत जी, ਇਹ ਜਿਹੜਾ ਸ਼ਬਦ ਭਾਈ ਗੁਰਦਾਸ ਜੀ ਨੇ ਸੈਨ ਨਾਈ ਜੀ ਦੇ ਪ੍ਰਸੰਗ ਵਿੱਚ ਉਚਾਰਿਆ ਹੈ, ਇਸ ਦੇ ਪਿੱਛੇ ਜੋ ਕਥਾ ਹੈ ਉਹਦਾ ਅਸੀਂ ਅੱਜ ਆਨੰਦ ਮਾਣਾਂਗੇ। ਸੈਨ ਨਾਈ ਬੁੱਤਕਾਰਿਆ ਉਹ ਘਰ ਘਰ ਸੁਨਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਨਿਆ। ਬੁੰਦੇਲਖੰਡ ਦੇ ਬਾਂਧਵਗੜ੍ਹ ਨਗਰ ਵਿੱਚ ਸੈਨ ਭਗਤ ਜੀ ਨਿਵਾਸ ਕਰਦੇ ਸਨ, ਜਿਨ੍ਹਾਂ ਨੂੰ ਹਮੇਸ਼ਾ ਹੀ ਸਾਧੂ ਸੇਵਾ ਦੀ ਆਸ ਲੱਗੀ ਰਹਿੰਦੀ ਸੀ। ਉਹਨਾਂ ਦੀ ਬੁੱਧੀ ਹਰ ਪ੍ਰੇਮ ਵਿੱਚ ਬਹੁਤਾ ਹੀ ਮਿਲੀ ਰਹਿੰਦੀ ਸੀ। ਇਸ ਗੱਲ ਦਾ ਹੀ ਪ੍ਰਭੂ ਨੇ ਅਸ਼ਚਰਜ ਕੌਤਕ ਵਿਖਾਇਆ ਹੈ। ਸੈਨ ਭਗਤ ਜੀ ਜਾਤ ਦੇ ਨਾਈ ਸਨ, ਇਸ ਲਈ ਆਪ ਜੀ ਦੀ ਇਹ ਨੌਕਰੀ ਸੀ ਕਿ ਹਰ ਰੋਜ਼ ਸਵੇਰੇ ਸੁੱਤੇ ਉੱਠਦੇ ਹੀ ਰਾਓ ਵੀਰ ਸਿੰਘ ਨੂੰ ਤੇਲ ਦੀ ਮਾਲਿਸ਼ ਕਰਦੇ ਸਨ। ਮਾਲਿਸ਼ ਹੋਣ ਤੋਂ ਘੰਟਾ ਡੇਢ ਘੰਟਾ ਮਗਰੋਂ ਰਾਓ ਸਾਹਿਬ ਇਸ਼ਨਾਨ ਆਦਿਕ ਕਰਮ ਕੀਤਾ ਕਰਦੇ ਸਨ। ਇੱਕ ਦਿਨ ਸੈਨ ਨਾਈ ਜੀ ਹਰ ਰੋਜ਼ ਦਾ ਆਪਣਾ ਨਿਤਨੇਮ ਪੂਰਾ ਕਰਕੇ ਰਾਓ ਸਾਹਿਬ ਨੂੰ ਮਾਲਿਸ਼ ਕਰਨ ਵਾਸਤੇ ਕਿਲੇ ਨੂੰ ਤੁਰੇ ਤਾਂ ਰਾਹ ਵਿੱਚ ਸੰਤ ਜਨ ਘਰ ਨੂੰ ਆਉਂਦੇ ਹੋਏ ਮਿਲ ਗਏ। ਸੈਨ ਜੀ ਉਹਨਾਂ ਦੇ ਨਾਲ ਹੀ ਘਰ ਨੂੰ ਮੁੜ ਆਏ। ਘਰ ਆ ਕੇ ਸੈਨ ਨਾਈ ਜੀ ਬੜੇ ਪ੍ਰੇਮ ਨਾਲ ਸੰਤ ਜਨਾਂ ਦੀ ਸੇਵਾ ਪੂਜਾ ਆਦਿਕ ਸਤਕਾਰ ਵਿੱਚ ਲੱਗ ਗਏ ਅਤੇ ਆਪ ਜੀ ਦੇ ਮਨ ਵਿੱਚੋਂ ਰਾਜੇ ਦੀ ਨੌਕਰੀ ਅਤੇ ਉਸ ਦੀ ਸੇਵਾ ਕਰਨ ਆਦਿਕ ਦਾ ਖਿਆਲ ਹੀ ਭੁੱਲ ਗਿਆ। ਜਦ ਭਗਤ ਜੀ ਸੰਤਾਂ ਦੀ ਸੇਵਾ ਵਿੱਚ ਰੁੱਝ ਗਏ ਅਤੇ ਉਹਨਾਂ ਨੂੰ ਆਪਣੇ ਮਾਲਕ ਦੀ ਨੌਕਰੀ ਦਾ ਧਿਆਨ ਹੀ ਭੁੱਲ ਗਿਆ ਤਾਂ ਪਰਮਾਤਮਾ ਨੇ ਵਿਚਾਰ ਕੀਤਾ, ਜੇ ਅੱਜ ਸੈਨ ਰਾਜੇ ਦੀ ਸੇਵਾ ਕਰਨ ਨਾ ਗਿਆ ਤਾਂ ਰਾਜਾ ਵੀਰ ਸਿੰਘ ਉਹਨਾਂ ਨੂੰ ਕੋਈ ਭਾਰੀ ਸਜ਼ਾ ਦੇ ਦੇਵੇਗਾ। ਭਾਵੇਂ ਮੇਰੇ ਭਗਤ ਨੂੰ ਦੁੱਖ ਸੁੱਖ ਦੀ ਕੋਈ ਪਰਵਾਹ ਨਹੀਂ ਹੈ, ਪਰ ਉਹ ਮੇਰੇ ਸਰੂਪ ਦੀ ਸੇਵਾ ਪੂਜਾ ਅਤੇ ਸਤਿਕਾਰ ਕਰੇ। ਯਾਨੀ ਉਹ ਸੰਤਾਂ ਦੀ ਸੇਵਾ ਕਰਦੇ ਸਨ। ਇਸ ਕਰਕੇ ਭਗਵਾਨ ਨੇ ਕਿਹਾ, ਭਾਵੇਂ ਮੇਰੇ ਭਗਤ ਨੂੰ ਦੁੱਖ ਸੁੱਖ ਦੀ ਕੋਈ ਪਰਵਾਹ ਨਹੀਂ ਹੈ, ਪਰ ਉਹ ਮੇਰੇ ਸਰੂਪ ਯਾਨੀ ਸੰਤਾਂ ਦੀ ਸੇਵਾ ਪੂਜਾ ਅਤੇ ਸਤਿਕਾਰ ਕਰੇ ਅਤੇ ਫਿਰ ਉਸ ਨੂੰ ਸੁੱਖ ਦੀ ਬਜਾਏ ਉਲਟਾ ਦੁੱਖ ਮਿਲੇ। ਇਹ ਮੈਥੋਂ ਕਿਸ ਤਰ੍ਹਾਂ ਸਹਾਰਿਆ ਜਾਏਗਾ। ਇਸ ਲਈ ਅਜਿਹਾ ਕਰਨਾ ਚਾਹੀਦਾ ਹੈ ਜਿਸ ਕਰਕੇ ਮੇਰੇ ਭਗਤ ਨੂੰ ਕੋਈ ਦੁੱਖ ਹੀ ਨਾ ਮਿਲੇ, ਸਗੋਂ ਉਸ ਦਾ ਆਦਰ ਸਤਿਕਾਰ ਸਾਰੇ ਦੇਸ਼ ਭਰ ਵਿੱਚ ਹੋਣ ਲੱਗ ਪਵੇ। ਅਜਿਹਾ ਵਿਚਾਰ ਕਰਕੇ ਪ੍ਰਭੂ ਨੇ ਆਪ ਹੀ ਸੈਨ ਦਾ ਰੂਪ ਧਾਰ ਲਿਆ ਅਤੇ ਰੋਜ਼ ਵਾਲੇ ਵੇਲੇ ਸਿਰ ਆ ਕੇ ਰਾਜੇ ਵੀਰ ਸਿੰਘ ਨੂੰ ਮਾਲਿਸ਼ ਕੀਤੀ ਅਤੇ ਰਾਜੇ ਨੂੰ ਬੜਾ ਹੀ ਪ੍ਰਸੰਨ ਕੀਤਾ। ਜਦ ਰਾਜਾ ਜੀ ਮਾਲਿਸ਼ ਕਰਾ ਕੇ ਇਸ਼ਨਾਨ ਕਰ ਚੁੱਕੇ ਅਤੇ ਸੈਨ ਰੂਪ ਹਰੀ ਮਾਲਿਸ਼ ਕਰਕੇ ਆਪਣੇ ਸਥਾਨ ਨੂੰ ਮੁੜ ਗਏ। ਇੱਧਰੋਂ ਸੈਨ ਵੀ ਸੰਤ ਜਨਾਂ ਦੀ ਸਵੇਰ ਵਾਲੀ ਸੇਵਾ ਟਹਿਲ ਤੋਂ ਵਿਹਲਾ ਹੋ ਗਿਆ ਤਾਂ ਕਿਲੇ ਵਿੱਚ ਗਿਆ ਅਤੇ ਰਾਹ ਵਿੱਚ ਹੋਰਨਾਂ ਨੌਕਰਾਂ ਨੂੰ ਉਸਨੇ ਪੁੱਛਿਆ ਕਿ ਰਾਜਾ ਸਾਹਿਬ ਇਸ਼ਨਾਨ ਕਰ ਚੁੱਕੇ ਹਨ, ਉਹਨਾਂ ਨੂੰ ਅੱਜ ਮਾਲਿਸ਼ ਕਿਸ ਨੇ ਕੀਤੀ ਸੀ? ਤਾਂ ਦੂਜੇ ਨੌਕਰਾਂ ਨੇ ਕਿਹਾ, ਸੈਨ ਜੀ ਸਾਨੂੰ ਕੀ ਪੁੱਛਦੇ ਹੋ, ਤੁਸੀਂ ਹੀ ਤਾਂ ਰੋਜ਼ ਦੇ ਸਮੇਂ ਸਿਰ ਆ ਕੇ ਰਾਜਾ ਜੀ ਨੂੰ ਮਾਲਿਸ਼ ਕਰਕੇ ਗਏ ਹੋ। ਤੁਹਾਡੇ ਜਾਣ ਮਗਰੋਂ ਰਾਜਾ ਜੀ ਨੇ ਇਸ਼ਨਾਨ ਕੀਤਾ ਸੀ। ਇਹ ਸੁਣਦਿਆਂ ਹੀ ਸੈਨ ਦੇ ਹਿਰਦੇ ਵਿੱਚ ਪ੍ਰੇਮ ਰੰਗ ਛਾ ਗਿਆ।
ਆਪ ਜੀ ਦੇ ਮਨ ਨੂੰ ਅਚਰਜ ਹੋ ਆਇਆ ਕਿ ਮੈਂ ਤਾਂ ਮਾਲਿਸ਼ ਕਰਨ ਆਇਆ ਹੀ ਨਹੀਂ ਅਤੇ ਇਹ ਸਾਰੇ ਕਹਿੰਦੇ ਹਨ ਤੂੰ ਮਾਲਿਸ਼ ਕਰਕੇ ਗਿਆ ਹੈ। ਫਿਰ ਮੇਰਾ ਰੂਪ ਬਣ ਕੇ ਕੌਣ ਮਾਲਿਸ਼ ਕਰਕੇ ਗਿਆ ਹੈ? ਕਿਤੇ ਪ੍ਰਭੂ ਆਪ ਹੀ ਮੇਰਾ ਰੂਪ ਬਣ ਕੇ ਮਾਲਿਸ਼ ਤਾਂ ਨਹੀਂ ਕਰ ਗਏ? ਇਹਨਾਂ ਗੱਲਾਂ ਨੂੰ ਸੋਚਦੇ ਹੈਰਾਨ ਹੋਏ ਸੈਨਾਈ ਰਾਜਾ ਜੀ ਦੇ ਕੋਲ ਗਏ ਤਾਂ ਰਾਜਾ ਜੀ ਨੇ ਇਹਨਾਂ ਨੂੰ ਸੰਬੋਧਨ ਕਰਕੇ ਕਿਹਾ, ਸੈਨ, ਤੂੰ ਫੇਰ ਕਿਵੇਂ ਮੁੜ ਕੇ ਆ ਗਿਆ ਹੈ? ਕੀ ਕੋਈ ਗੱਲ ਕਹਿਣੀ ਚਾਹੁੰਦਾ ਹੈ ਜੋ ਉਸ ਵੇਲੇ ਨਹੀਂ ਕਹਿ ਸਕਿਆ, ਜਾਂ ਕਿਸੇ ਵਸਤੂ ਦੀ ਲੋੜ ਹੈ ਤੈਨੂੰ? ਛੇਤੀ ਦੱਸ ਕੀ ਗੱਲ ਹੈ? ਜੋ ਚਾਹੁੰਦਾ ਹੈ ਮੰਗ ਲੈ। ਸੈਨ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ, ਅੱਜ ਸਵੇਰੇ ਜਦ ਮੈਂ ਆਪ ਜੀ ਦੀ ਸੇਵਾ ਕਰਨ ਲਈ ਆ ਰਿਹਾ ਸੀ, ਉਸੇ ਵੇਲੇ ਹੀ ਮੇਰੇ ਘਰ ਵਿੱਚ ਸੰਤ ਜਨ ਆ ਗਏ ਸਨ। ਇਸ ਲਈ ਮੈਨੂੰ ਦੇਰੀ ਹੋ ਗਈ ਹੈ। ਮੈਂ ਆਪਣੇ ਵਕਤ ਨਾਲ ਆ ਹੀ ਨਹੀਂ ਸਕਿਆ ਕਿਉਂਕਿ ਉਹਨਾਂ ਮਹਾਂਪੁਰਸ਼ਾਂ ਦੀ ਸੇਵਾ ਸਤਿਕਾਰ ਵਿੱਚ ਹੀ ਫਸਿਆ ਰਿਹਾ ਹਾਂ। ਇਸ ਗੱਲ ਵੱਲੋਂ ਮੈਂ ਬੜਾ ਹੀ ਸ਼ਰਮਸਾਰ ਹਾਂ ਅਤੇ ਆਪਣੇ ਗੁਨਾਹ ਦੀ ਮਾਫੀ ਮੰਗਦਾ ਹਾਂ। ਕਿਰਪਾ ਕਰਕੇ ਮੇਰਾ ਕਸੂਰ ਮਾਫ ਕਰੋ ਜੀ। ਸੈਨ ਜੀ ਪਾਸੋਂ ਇਹ ਸੁਣ ਕੇ ਰਾਜਾ ਵੀਰ ਸਿੰਘ ਭੱਜ ਕੇ ਆਪ ਜੀ ਦੇ ਚਰਨੀ ਡਿੱਗ ਪਿਆ ਤੇ ਕਹਿਣ ਲੱਗਾ, ਸੈਨ, ਅੱਜ ਮੈਂ ਤੇਰੀ ਅਪਾਰ ਮਹਿਮਾ ਅੱਖੀ ਵੇਖ ਲਈ ਹੈ। ਤੂੰ ਕਹਿੰਦਾ ਹੈ ਮੈਂ ਨਹੀਂ ਆਇਆ, ਅਜੇ ਹੁਣੇ ਤੇ ਤੂੰ ਮੇਰੀ ਸੇਵਾ ਕਰਦਾ ਗਿਆ ਹੈ। ਸਾਰੇ ਕਿਲੇ ਦੇ ਲੋਕਾਂ ਨੇ ਤੈਨੂੰ ਆਉਂਦਾ, ਸੇਵਾ ਕਰਦਾ ਅਤੇ ਮੁੜ ਘਰ ਨੂੰ ਜਾਂਦਾ ਆਪਣੀ ਅੱਖੀ ਵੇਖਿਆ ਹੈ। ਫਿਰ ਅਸੀਂ ਕਿਵੇਂ ਮੰਨੀਏ ਜੋ ਤੂੰ ਨਹੀਂ ਆਇਆ? ਭਲਾ ਜੇ ਸੱਚਮੁੱਚ ਹੀ ਤੂੰ ਨਹੀਂ ਆਇਆ ਤਾਂ ਤੇਰੀ ਜਗ੍ਹਾ ਉੱਤੇ ਆਪ ਭਗਵਾਨ ਹੀ ਤੇਰਾ ਰੂਪ ਬਣ ਕੇ ਆਇਆ ਹੋਏਗਾ। ਤੂੰ ਧਨ ਹੈ ਜਿਸ ਦੀ ਖਾਤਰ ਭਗਵਾਨ ਆਪ ਜਾ ਕੇ ਨੀਚ ਤੋਂ ਨੀਚ ਕਰਮ ਕਰਦਾ ਹੈ। ਅਜਿਹਾ ਕਹਿੰਦਿਆਂ ਹੀ ਰਾਜੇ ਵੀਰ ਸਿੰਘ ਦਾ ਹਿਰਦਾ ਪ੍ਰੇਮ ਭਾਵ ਨਾਲ ਭਿੱਜ ਗਿਆ। ਸਰੀਰ ਉੱਤੇ ਰੋਮਾਵਲੀ ਹੋ ਗਈ, ਅੱਖਾਂ ਵਿੱਚੋਂ ਪ੍ਰੇਮ ਧਾਰਾ ਵਗ ਤੁਰੀ। ਮਨ ਦਾਸਾ ਭਾਵ ਨੂੰ ਦ੍ਰਿੜ ਹੋ ਗਿਆ ਅਤੇ ਰਾਜਾਪਨ ਦੇ ਮਾਨ ਨੂੰ ਭੁਲਾ ਕੇ ਝੱਟ ਸੈਨ ਜੀ ਦੇ ਚਰਨਾਂ ਤੇ ਡਿੱਗ ਪਿਆ। ਫੁੱਟ ਕੇ ਰੋਇਆ ਤੇ ਕਹਿਣ ਲੱਗਾ, ਉਹ ਚੀਜ਼ ਮੈਨੂੰ ਵੀ ਦੇ ਜਿਸ ਕਰਕੇ ਪ੍ਰਭੂ ਤੇਰੇ ਕੰਮ ਆਪਣੇ ਆਪ ਹੀ ਸਵਾਰਨਾ ਜਾਂਦਾ ਹੈ। ਉਹ ਪ੍ਰੇਮ ਬੰਧਨ ਮੈਨੂੰ ਵੀ ਦੱਸ ਜਿਸ ਦਾ ਬੱਧਾ ਹੋਇਆ ਪ੍ਰਭੂ ਨੀਚ ਤੋਂ ਨੀਚ ਸੇਵਾ ਕਰਦਾ ਹੋਇਆ ਵੀ ਹਿਚਕਦਾ ਨਹੀਂ ਹੈ। ਇਸ ਵੇਲੇ ਇੱਕ ਅਚਰਜ ਦ੍ਰਿਸ਼ ਹੈ। ਰਾਜਾ ਚਰਨ ਨਹੀਂ ਛੱਡਦਾ ਅਤੇ ਨਾਈ, ਹਾਂਜੀ, ਨੀਚ ਸੈਨ ਜਨ ਨਾਈ, ਆਪ ਰਾਜੇ ਦੇ ਚਰਨੀ ਡਿੱਗਣਾ ਚਾਹੁੰਦਾ ਹੈ। ਰਾਜੇ ਨੂੰ ਪੈਰਾਂ ਤੋਂ ਉਠਾਉਂਦਾ ਹੈ, ਪਰ ਰਾਜਾ ਪ੍ਰੇਮ ਮਦ ਦਾ ਮਤਵਾਲਾ ਹੋਇਆ ਲੋਕ ਲਾਜ ਦੀ ਮਟਕੀ ਨੂੰ ਭੰਨ ਕੇ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਡਾਰ, ਹਮ ਤਨ ਦਿਓ ਹੈ ਟਾਰ। ਸਰੀਰ ਨੂੰ ਭਗਤ ਦੇ ਚਰਨਾਂ 'ਤੇ ਸੁੱਟੀ ਪਿਆ ਹੈ। ਦੁਨੀਆ ਦੇ ਲੋਕਾਂ ਦੀ ਨਿੰਦਾ ਉਸਤਤ ਦੀ ਉਹਨੂੰ ਪਰਵਾਹ ਨਹੀਂ। ਉਸ ਨੂੰ ਸੱਚਾ ਪ੍ਰੇਮ ਹੈ, ਸੱਚਾ ਪਿਆਰ ਹੈ। ਉਸ ਪਿਆਰ ਤੇ ਪ੍ਰੇਮ ਨਾਲ ਭਗਤ ਕੋਲੋਂ ਭਗਵੰਤ ਨੂੰ ਯਾਨੀ ਪ੍ਰਭੂ ਨੂੰ ਪਾਣਾ ਚਾਹੁੰਦਾ ਹੈ। ਸਦਾ ਹੀ ਪ੍ਰੇਮ ਦੀ ਜਿੱਤ ਹੈ। ਪ੍ਰੇਮੀ ਦੀ ਸਦਾ ਹੀ ਫਤਿਹ ਹੁੰਦੀ ਹੈ। ਜਿਸ ਪ੍ਰੇਮ ਦੇ ਬੰਧਨ ਦਾ ਬੱਧਾ ਭਗਵਾਨ ਨਾਈ ਬਣ ਕੇ ਆਇਆ ਸੀ, ਉਸੇ ਪ੍ਰੇਮ ਨਾਲ ਰਾਜੇ ਨੇ ਭਗਤ ਸੈਨ ਜੀ ਨੂੰ ਬੰਨ੍ਹ ਲਿਆ। ਸੈਨ ਜੀ ਨੇ ਰਾਜੇ ਨੂੰ ਸਿੱਖ ਬਣਾਇਆ। ਰਾਜੇ ਨੇ ਵੀ ਪੂਰੇ ਗੁਰੂ ਦੇ ਉਪਦੇਸ਼ ਨੂੰ ਸੁਣਿਆ ਅਤੇ ਭਗਤੀ ਸੁਧਾ ਦਾ ਰਸ ਮਾਣਿਆ। ਅੱਜ ਪ੍ਰੇਮਾ ਭਗਤ ਰੂਪ ਸੁਧਾ ਰਸ ਨੂੰ ਪੀ ਕੇ ਰਾਜਾ ਵੀਰ ਸਿੰਘ ਨੇ ਵੀ ਜਰਾ ਤੇ ਮਰਨ ਨੂੰ ਜਿੱਤ ਲਿਆ ਅਤੇ ਉਸਨੇ ਜੀਵਨ ਸਾਰ ਨੂੰ ਜਾਣ ਕੇ ਸਾਰ ਜੀਵਨ ਪਾ ਲਿਆ। ਕਹਿੰਦੇ ਹਨ ਅੱਜ ਤੱਕ ਵੀ ਉਹੀ ਰੀਤ ਤੁਰੀ ਆਉਂਦੀ ਹੈ। ਰਾਜੇ ਵੀਰ ਸਿੰਘ ਜੀ ਦੇ ਸੁੱਤ ਨਾਤੀ ਪੁੱਤਰ ਪੋਤਰਿਆਂ ਦੀ ਕੁੱਲ ਸੈਨ ਜੀ ਦੀ ਕੁੱਲ ਨੂੰ ਗੁਰੂ ਧਾਰਦੀ ਹੈ ਅਤੇ ਗੁਰੂ ਕਰਕੇ ਮੰਨਦੀ ਹੈ। ਉਹਨਾਂ ਦੇ ਮਨ ਵਿੱਚ ਇਹੀ ਲਾਲਸਾ ਹੈ, ਜਿਵੇਂ ਸੈਨ ਜੀ ਦੀ ਖਾਤਰ ਸਾਡੇ ਪਿਤਾਮਾ ਜੀ ਨੂੰ ਪ੍ਰਭੂ ਜੀ ਦਾ ਦਰਸ਼ਨ ਤੇ ਸਪਰਸ਼ਨ ਪ੍ਰਾਪਤ ਹੋਇਆ ਸੀ, ਐਵੇਂ ਹੀ ਇਹਨਾਂ ਦੀ ਕਿਰਪਾ ਨਾਲ ਹੀ ਸਾਡੇ ਭਾਗ ਜਾਗਣਗੇ ਤਾਂ ਪ੍ਰਭੂ ਨੂੰ ਅਸੀਂ ਵੀ ਪਾ ਲਵਾਂਗੇ। ਇਹ ਉਹਨਾਂ ਦਾ ਨਿਸ਼ਚਾ ਹੈ ਅਤੇ ਨਿਸ਼ਚੇ ਵਾਲਾ ਭਗਤ ਜ਼ਰੂਰ ਹੀ ਭਗਵੰਤ ਨੂੰ ਪਾ ਲੈਂਦਾ ਹੈ। ਇਸ ਕਰਕੇ ਭਾਈ ਗੁਰਦਾਸ ਜੀ ਨੇ ਸੈਨ ਦੇ ਪ੍ਰਸੰਗ ਨੂੰ ਇਉਂ ਦੱਸਿਆ ਹੈ,
ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਆ ਸੈਣ ਨਾਈ। ਪ੍ਰੇਮ ਭਗਤ ਰਾਤੀ ਕਰੈ, ਭਲਕੇ ਰਾਜ ਦੁਆਰੈ ਜਾਈ। ਇਹ ਪੂਰਾ ਸ਼ਬਦ ਭਾਈ ਗੁਰਦਾਸ ਜੀ ਨੇ ਲਿਖਿਆ ਹੈ। ਸਾਰੇ ਆਖ ਲਈਏ, ਧੰਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ, ਧੰਨ ਧੰਨ ਸਤਿਗੁਰੂ ਜੀ ਦੇ ਭਗਤ।